ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। अस्सलाम वालेकुम ਜੀ ਸਾਰੇ ਦੋਸਤਾਂ ਨੂੰ। ਅਕਸਰ ਤੁਸੀਂ ਦੇਖਿਆ ਹੋਣਾ ਕਿ ਲੋਕਾਂ ਨੂੰ ਗਲੇ ਪੈ ਜਾਂਦੇ ਨੇ ਔਰ ਗਲੇ ਵੀ ਐਸੇ ਪੈਂਦੇ ਨੇ ਕਿ ਜਨਾਬ ਉਹਨਾਂ ਦਾ ਆਵਾਜ਼ ਨਹੀਂ ਨਿਕਲਦੀ ਔਰ ਜਨਾਬ ਉਹਨਾਂ ਦੇ ਗਲੇ ਬੰਦ ਹੋਣਾ ਸ਼ੁਰੂ ਹੋ ਜਾਂਦਾ। ਔਰ ਇਹਦੇ ਵਿੱਚ ਵੀ ਅਕਸਰ ਦੇਖਿਆ ਕਿ ਸਫਰਾਈ ਸੋਜ ਯਾਨੀ ਕਿ ਗਰਮੀ ਖੁਸ਼ਕੀ ਵਾਲੀ ਜਿਹੜੀ ਸੋਜ ਉਹ ਗਲੇ ਦੇ ਵਿੱਚ ਆ ਜਾਂਦੀ। ਔਰ ਗਲੇ ਦੇ ਵਿੱਚ ਜਦੋਂ ਆ ਜਾਂਦੀ ਹੈ ਤਾਂ ਫਿਰ ਯਾਨੀ ਗਲਾ ਜਿਹੜਾ ਹੁੰਦਾ ਚਬੜਿਆਂ ਤੋਂ ਥੱਲੇ ਜਿਹੜਾ ਉਹ ਹਿੱਸਾ ਜਿਹੜਾ ਨਾ ਉਹ ਸੁੱਜ ਜਾਂਦਾ, ਉਹਦੇ ਅੰਦਰ ਸੋਜ ਪੈਦਾ ਹੋ ਜਾਂਦੀ ਔਰ ਅਕਸਰ ਮਰੀਜ਼ ਕਰਦਾ ਰਹਿੰਦਾ। ਔਰ ਇਸੇ ਤਰ੍ਹਾਂ ਹੀ ਅਗਰ ਵੇਖਿਆ ਜਾਵੇ ਤਾਂ ਉਹ ਫਿਰ ਜਿਵੇਂ ਕਹਿੰਦੇ ਨੇ ਕਿ ਜੀ ਆਮ ਰੂਟੀਨ ਦੇ ਵਿੱਚ ਜੀ ਘੁਮਿਆਰ ਕੋਲ ਜਾਓ ਜੀ, ਉਹਦੇ ਕੋਲੋਂ ਥੱਥਵਾ ਲਵਾਓ ਜੀ ਔਰ ਉਸ ਤੋਂ ਬਾਅਦ ਉਹ ਵੀ ਇੱਕ ਟੂਣਾ ਕੰਮ ਕਰਦਾ। ਔਰ ਇਸੇ ਤਰ੍ਹਾਂ ਹੀ ਅਗਰ ਇਸੇ ਤਰ੍ਹਾਂ ਹੀ ਉਹ ਬਹੁਤ ਸਾਰੇ ਮਸਲੇ ਜਿਹੜੇ ਨੇ ਉਹ ਬਣ ਜਾਂਦੇ ਨੇ। ਲੇਕਿਨ ਅਗਰ ਉਹਨੂੰ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰਾਇਆ ਜਾਵੇ ਤਾਂ ਫਿਰ ਉਹ ਲੰਬੇ ਅਰਸੇ ਤੱਕ ਜਿਹੜੀ ਉਹ ਸੋਜ ਉਹ ਕਾਇਮ ਰਹਿੰਦੀ ਔਰ ਉਹਦੇ ਨਾਲ ਫਿਰ ਗਲਾ ਖਰਾਬ ਹੋ ਜਾਂਦਾ। ਇਹਦੇ ਵਿੱਚ ਵੀ ਸਭ ਤੋਂ ਪਹਿਲੇ ਤੁਸੀਂ ਨਬਜ਼ ਚੈੱਕ ਕਰੋਗੇ। ਨਬਜ਼ ਚੈੱਕ ਕਰਕੇ ਤੁਸੀਂ ਇਹਦਾ ਜਾਇਜ਼ਾ ਲਓਗੇ ਕਿ ਜੀ ਨਬਜ਼ ਜਿਹੜੀ ਹੈ ਉਹ 4 ਨੰਬਰ 'ਤੇ ਤਾਂ ਨਹੀਂ ਚੱਲ ਰਹੀ। ਅਗਰ 4 ਨੰਬਰ 'ਤੇ ਚੱਲ ਰਹੀ ਹੈ ਯਾਨੀ ਚਾਰੋਂ ਉਂਗਲਾਂ 'ਤੇ ਚੱਲ ਰਹੀ ਹੈ ਤਾਂ ਫਿਰ ਅਸੀਂ ਉਹਨੂੰ ਗੁੱਦੀ ਉਜ਼ਲਾਤੀ ਕਹਾਂਗੇ। ਗੁੱਦੀ ਉਜ਼ਲਾਤੀ ਨਜ਼ਰੀਏ ਦੀ ਜ਼ੁਬਾਨ 'ਚ ਕਹਿੰਦੇ ਨੇ ਔਰ ਗਰਮੀ ਖੁਸ਼ਕੀ ਜਿਹੜੀ ਉਹ ਯੂਨਾਨੀ ਦੀ ਜ਼ੁਬਾਨ 'ਚ ਕਹਿੰਦੇ ਨੇ। ਔਰ ਇਹਦੇ ਵਿੱਚ ਕੋਈ ਦੋ ਰੋਇਆ ਗੱਲ ਨਹੀਂ ਹੈ, ਇਹਨੂੰ ਥੋੜ੍ਹਾ ਜਿਹਾ ਸਮਝਣਾ ਹੀ ਜ਼ਰੂਰੀ ਹੈ। ਔਰ ਇਹਦੇ ਵਿੱਚ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਕਿ ਅਗਰ ਸੋਚ ਜਿਹੜੀ ਹੈ ਉਤਰ ਜਾਏ, ਚੜ੍ਹ ਜਾਏ, ਰਾਤ ਨੂੰ ਉਤਰ ਜਾਏ, ਸੁਬਾਹ ਨੂੰ ਚੜ੍ਹ ਜਾਏ ਅਤੇ ਫਿਰ ਇਹਦੇ ਵਿੱਚ ਹੁੰਦਾ ਕਿ ਮਰੀਜ਼ ਦਾ ਖਾਣਾ ਪੀਣਾ, ਦੌੜਨਾ ਫਿਰਨਾ, ਅੱਗੇ ਪਿੱਛੇ ਇਹ ਉਹ ਜਿਵੇਂ ਹੀ ਜਿਸਮ 'ਚ ਗਰਮੀ ਪੈਦਾ ਹੁੰਦੀ ਅਤੇ ਸੋਜ ਦਾ ਗਲਬਾ ਹੋ ਜਾਂਦਾ, ਸੋਜ ਜ਼ਿਆਦਾ ਹੋ ਜਾਂਦੀ। ਔਰ ਜਿਵੇਂ ਹੀ ਮਿਸਾਲ ਦੇ ਤੌਰ 'ਤੇ ਕਿ ਰਾਤ ਨੂੰ ਸਕੂਨ ਕਰਦਾ ਉਸ ਤੋਂ ਬਾਅਦ ਸੋਜ ਘੱਟ ਜਾਂਦੀ। ਇਹਦੇ ਵਿੱਚ ਵੀ ਉਹੀ ਗੱਲ ਹੈ ਕਿ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰਾਓਗੇ ਲੇਕਿਨ ਨਬਜ਼ ਪਹਿਲੇ ਤੁਸੀਂ ਵੇਖੋਗੇ ਕਿ ਨਬਜ਼ ਕਿੰਨੇ ਨੰਬਰ 'ਤੇ ਚੱਲ ਰਹੀ। ਅਗਰ ਨਬਜ਼ ਜਿਹੜੀ ਉਹ 4 ਨੰਬਰ 'ਤੇ ਚੱਲ ਰਹੀ, ਚਾਰੇ ਉਂਗਲਾਂ 'ਤੇ ਚੱਲ ਰਹੀ ਅਤੇ ਫਿਰ ਤੁਸੀਂ ਇਹਨੂੰ ਇਹਦੇ ਵਿੱਚ ਵੀ ਗਲੇ ਦੇ ਹਵਾਲੇ ਨਾਲ ਤੁਸੀਂ ਇਹਦਾ ਜਿਤਨਾ ਵੀ ਹੈ ਕਿ ਵੀ ਉਹਦਾ ਜਾਇਜ਼ਾ ਲਵੋਗੇ ਕਿ ਜਨਾਬ ਇਹ ਗੁੱਦੀ ਉਜ਼ਲਾਤੀ ਗਰਮੀ ਖੁਸ਼ਕੀ ਦੀ ਵਜ੍ਹਾ ਤੋਂ ਇਹ ਗਲੇ ਪੈ ਗਏ ਨੇ। ਔਰ ਇਹਨਾਂ ਦਾ ਇਲਾਜ ਵੀ ਤੁਸੀਂ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰਾ ਕੇ ਅਤੇ ਤੁਸੀਂ ਇਹਦਾ ਬਿਹਤਰੀਨ ਰਿਜ਼ਲਟ ਲੈ ਸਕਦੇ ਜੇ ਔਰ ਫੌਰੀ ਤੌਰ 'ਤੇ ਸਕੂਨ ਹੋ ਜਾਏਗਾ। ਜਿਸ ਤਰ੍ਹਾਂ ਕਿ ਅਸੀਂ ਬਲਗਮੀ ਬੁਖਾਰ ਹੁੰਦਾ ਅਤੇ ਗਰਮ ਚੀਜ਼ਾਂ ਦੇਖ ਕੇ ਅਤੇ ਉਹਨੂੰ ਉਤਾਰਨੇ, ਇਸੇ ਤਰ੍ਹਾਂ ਹੀ ਗਰਮੀ ਵਾਲੇ ਬੁਖਾਰ ਜਾਂ ਗਰਮੀ ਵਾਲੀਆਂ ਜਿਹੜੇ ਵਰਮ ਹੁੰਦੇ ਨੇ ਅਸੀਂ ਉਹਨਾਂ ਨੂੰ ਠੰਡੀਆਂ ਚੀਜ਼ਾਂ ਅਤੇ ਤਰ ਸਰਦ ਚੀਜ਼ਾਂ ਦਾ ਇਸਤੇਮਾਲ ਕਰਾ ਕੇ ਅਤੇ ਅਸੀਂ ਇਹਨਾਂ ਤੋਂ ਫਾਇਦਾ ਹਾਸਲ ਕਰਨੇ। ਆਮ ਜਿਹੜੇ ਲੋਕ ਨੇ ਉਹ ਆਪਣੇ ਆਪਣੇ ਹਿਸਾਬ ਨਾਲ ਇਹਨੂੰ ਦੇਖਣ, ਦੇਖ ਕੇ ਉਸ ਤੋਂ ਬਾਅਦ ਇਹਦਾ ਇਲਾਜ ਮੁਆਲਜਾ ਕਰਨ। ਲੇਕਿਨ ਨਬਜ਼ ਪਹਿਲੇ ਦੇਖ ਲਓ, ਨਬਜ਼ ਬਹੁਤ ਜ਼ਰੂਰੀ ਹੈ ਕਿ ਨਬਜ਼ ਅਗਰ ਤੁਸੀਂ ਸਹੀ ਤਰੀਕੇ ਨਾਲ ਇਹਦੇ 'ਤੇ ਮਹਾਰਤ ਹਾਸਲ ਕਰ ਲਈ, ਚਾਰੇ ਉਂਗਲਾਂ ਤੁਸੀਂ ਬਰਾਬਰ ਰੱਖਣੀਆਂ ਨੇ ਔਰ ਬਰਾਬਰ ਰੱਖ ਕੇ ਇਹਨੂੰ ਆਹਿਸਤਾ ਆਹਿਸਤਾ ਬਿਲਕੁਲ ਤੁਸੀਂ ਉੱਪਰ ਨੂੰ ਚੁੱਕਣਾ ਔਰ ਦੇਖਣਾ ਕਿ ਪਹਿਲੀ ਉਂਗਲ 'ਤੇ ਚੱਲ ਰਹੀ ਹੈ ਅਤੇ ਜਨਾਬ ਇਹ ਜਿਹੜਾ ਗਲੇ ਦਾ ਵਰਮ ਹੈ ਇਹ ਜਨਾਬ ਅੱਲਾ ਅਸਾਬੀ ਉਜ਼ਲਾਤੀ 2 'ਤੇ ਚੱਲ ਰਹੀ ਹੈ ਅਤੇ ਉਜ਼ਲਾਤੀ ਅਸਾਬੀ ਹੈ। ਔਰ ਇਸੇ ਤਰ੍ਹਾਂ ਹੀ ਜਨਾਬ 3 'ਤੇ ਚੱਲ ਰਹੀ ਹੈ ਅਤੇ ਜਨਾਬ ਇਹਦੇ ਵਿੱਚ ਉਜ਼ਲਾਤੀ ਗੁੱਦੀ ਹੈ। ਅਗਰ 4 'ਤੇ ਚੱਲ ਰਹੀ ਹੈ ਅਤੇ ਫਿਰ ਗੁੱਦੀ ਉਜ਼ਲਾਤੀ। ਇਸ ਤਰੀਕੇ ਨਾਲ ਇਹਨੂੰ ਤੁਸੀਂ ਥੋੜ੍ਹਾ ਜਿਹਾ ਸਮਝ ਲਓ ਔਰ ਸਮਝ ਕੇ ਜਦੋਂ ਤੁਸੀਂ ਇਹਦਾ ਇਲਾਜ ਕਰੋਗੇ ਤਾਂ ਯਕੀਨਨ ਤੁਹਾਨੂੰ 100% ਇਹਦੇ ਵਿੱਚ ਕਾਮਯਾਬੀ ਮਿਲੇਗੀ। ਲੇਕਿਨ ਮਹਾਰਤ ਥੋੜ੍ਹਾ ਜਿਹਾ ਟਾਈਮ ਲੱਗੇਗਾ ਮਹਾਰਤ ਹਾਸਲ ਕਰਨ ਦੇ ਉੱਪਰ ਇਹਦੇ ਔਰ ਮੁਸਲਸਲ ਇਹਦੇ ਵਿੱਚ ਤੁਸੀਂ ਕੋਸ਼ਿਸ਼ ਕਰੋ, ਮੁਸਲਸਲ ਇਹਦੇ 'ਤੇ ਤੁਸੀਂ ਮਿਹਨਤ ਕਰੋ ਔਰ ਅੱਲਾ ਦੇ ਫਜ਼ਲ ਨਾਲ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਇਹਦੇ 'ਤੇ ਮਹਾਰਤ ਹਾਸਲ ਹੋ ਜਾਏਗੀ। ਔਰ ਇਤਨਾ ਕੋ ਮੁਸ਼ਕਿਲ ਕੰਮ ਨਹੀਂ, ਥੋੜ੍ਹੀ ਜਿਹੀ ਜੱਦੋਜਹਿਦ ਦੀ ਜ਼ਰੂਰਤ ਹੈ ਔਰ ਇਨਸ਼ਾ ਅੱਲਾਹ ਤਾਲਾ ਇਹਦੇ ਵਿੱਚ ਤੁਹਾਨੂੰ ਕਾਫੀ ਫਾਇਦਾ ਹੋਏਗਾ ਔਰ ਬਿਹਤਰੀਨ ਇਹਦੇ 'ਚ ਰਿਜ਼ਲਟ ਮਿਲੇਗਾ। ਲੇਕਿਨ ਨਬਜ਼ ਜਿਹੜੀ ਉਹ ਤੁਸੀਂ ਦੇਖਣਾ ਕਿ ਚਾਰੇ ਹੀ ਉਂਗਲ 'ਤੇ ਔਰ ਜੇ ਕਿ ਚਾਰੇ ਉਂਗਲ ਦੇ ਉੱਪਰ ਹੈ ਅਤੇ ਫਿਰ ਜਿਹੜਾ ਇਹ ਵਰਮ ਗਲੇ ਦਾ ਬਣਿਆ ਇਹਦੇ ਵਿੱਚ ਤੁਸੀਂ ਖੁਦ ਹੀ ਜਾਇਜ਼ਾ ਲੈ ਸਕਦੇ ਜੇ ਕਿ ਵੀ ਕਿੰਨੇ ਨੰਬਰ 'ਤੇ ਨਬਜ਼ ਉਹਦੇ ਹਿਸਾਬ ਨਾਲ ਤੁਸੀਂ ਬਿਹਤਰੀ। ਲੇਕਿਨ ਇਹਦੇ ਵਿੱਚ ਅਕਸਰ ਗਲਾ ਜਿਹੜਾ ਹੁੰਦਾ ਅੰਦਰੋਂ ਵੀ ਪੱਕ ਜਾਂਦਾ ਔਰ ਬਾਹਰੋਂ ਵੀ ਸੁੱਜ ਜਾਂਦਾ, ਜਿਹਦੇ ਵਿੱਚ ਕਿ ਮਰੀਜ਼ ਕੁਝ ਖਾਣ ਪੀਣ ਤੋਂ ਕਾਸਰ ਹੋ ਜਾਂਦਾ ਔਰ ਕਮਜ਼ੋਰੀ ਵੀ ਉਹਨੂੰ ਵਾਕਿਆ ਹੋ ਜਾਂਦੀ। ਉਹਦੇ ਵਿੱਚ ਪਿਸ਼ਾਬ ਵੀ ਕੰਮ ਆਉਂਦਾ, ਕਬਜ਼ ਵੀ ਸ਼ਦੀਦ ਹੋ ਜਾਂਦੀ ਔਰ ਇਹਦੇ ਨਾਲ ਨਾਲ ਮਰੀਜ਼ ਦੀ ਜਿਹੜੀ ਦਿਨ ਬ ਦਿਨ ਜਿਸਮ ਦੇ ਉੱਪਰ ਖਾਰਿਸ਼ ਵੀ ਵਧਣੀ ਸ਼ੁਰੂ ਹੋ ਜਾਂਦੀ। ਔਰ ਇਸ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਮਰੀਜ਼ ਨੂੰ ਜ਼ਿਆਦਾ ਗੁੱਸਾ ਨਹੀਂ ਦਿਵਾਉਣਾ ਚਾਹੀਦਾ, ਮਰੀਜ਼ ਨੂੰ ਜ਼ਿਆਦਾ ਗਰਮ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਾਉਣਾ ਚਾਹੀਦਾ। ਮਰੀਜ਼ ਨੂੰ ਇਸ ਹਵਾਲੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਤੁਸੀਂ ਮੱਦੇ ਨਜ਼ਰ ਰੱਖੋਗੇ ਔਰ ਇਨਸ਼ਾ ਅੱਲਾਹ ਤਾਲਾ ਇਹਦੇ ਵਿੱਚ ਫਿਰ ਤੁਹਾਨੂੰ
ਕਾਮਯਾਬੀ 100% ਮਿਲੇਗੀ। ਬਾਕੀ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਸ਼ੇਅਰ ਜ਼ਰੂਰ ਕਰਿਆ ਕਰੋ। ਉਮੀਦ ਹੈ ਕਿ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਅੱਜ ਦੀ ਵੀ ਕਾਵਿਸ਼ ਪਸੰਦ ਆਈ ਹੋਏਗੀ ਔਰ ਇਨਸ਼ਾ ਅੱਲਾਹ ਤਾਲਾ ਇਸ ਹਵਾਲੇ ਨਾਲ ਵੀ ਤੁਹਾਨੂੰ ਅੱਲਾਹ ਕਾਮਯਾਬੀਆਂ ਤਾ ਫਰਮਾਏ। ਔਰ ਤੁਹਾਡਾ ਤੇ ਸਾਡਾ ਜੀ ਹਾਮੀ ਨਾਸਰ, अस्सलाम वालेकुम।